ਇਹ ਪਿਛਲੀਆਂ ਚੋਣਾਂ ਵਾਂਗ ਚੋਣ ਹੋ ਰਹੀ ਆ। ਦਿਲਚਸਪ ਚੋਣ ਇਸ ਕਰਕੇ ਬਣ ਗਈ ਆ ਕਿ ਇੱਕ ਧੜੇ ਵਿੱਚੋਂ ਦੋ ਪ੍ਰਧਾਨ ਸਾਹਮਣੇ ਆ ਗਏ ਤੇ ਮੈਂ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਦੂਜੇ ਨੀਵਾਂ ਦਿਖਾਉਣ ਵਾਸਤੇ ਨਹੀਂ, ਹਾਊਸ ਵੋਟ ਪਾਉਣ ਤੋਂ ਪਹਿਲਾਂ ਵੀ ਕਿ ਉਹ ਜਿੱਦਾਂ ਕੁਝ ਮੈਂਬਰ ਸਾਰੇ ਨਹੀਂ, ਕੁਝ ਮੈਂਬਰ ਪਹਿਲਾਂ ਵੀ ਕਰਦੇ ਆਪਣੀ ਉਹ ਵਫਾਦਾਰੀ ਦਿਖਾਉਣ ਵਾਸਤੇ ਕਿ ਮੈਂ ਬਹੁਤ ਵਫਾਦਾਰ ਆ ਫਲਾਣੇ ਪਾਰਟੀ ਦਾ ਜਾਂ ਫਲਾਣੇ ਬੰਦੇ ਦਾ, ਵੀ ਮੈਂ ਵੋਟ ਫਲਾਣੇ ਨੂੰ ਲੱਗਾ ਪਾਉਣ। ਇਹ ਕੋਈ ਬਹੁਤੀ ਸਿਆਣਪ ਨਹੀਂ ਹੁੰਦੀ। ਬੀਬੀ ਜਗੀਰ ਕੌਰ ਦੇ ਵੱਲੋਂ ਬਗਾਵਤੀ ਝੰਡੇ ਜਿਹੜੇ ਨੇ ਬੁਲੰਦ ਕਰ ਦਿੱਤੇ ਗਏ ਨੇ। ਹਾਲਾਂਕਿ ਕਿਹਾ ਜਾਂਦਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਕਿਹਾ ਜਾਂਦਾ ਹੈ ਸਭ ਤੋਂ ਵਫਾਦਾਰ ਆਗੂ ਮੰਨੇ ਜਾਂਦੇ ਸੀ, ਸਭ ਤੋਂ ਨੇੜਲੇ ਬਾਦਲ ਪਰਿਵਾਰ ਦੇ ਆਗੂ ਮੰਨੇ ਜਾਂਦੇ ਸੀ। ਇਸ ਤਰ੍ਹਾਂ ਬਗਾਵਤ ਕਰਨ ਦੇ ਨਾਲ ਸਿੱਖਾਂ ਦੀ ਪਾਰਟੀ ਕਹੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲੱਗੇਗਾ। ਕੀ ਕਮਜ਼ੋਰ ਹੋਏਗੀ ਸ਼੍ਰੋਮਣੀ ਅਕਾਲੀ ਦਲ? ਜਿਸ ਵੇਲੇ ਹਾਥੀ ਤੁਰਦਾ ਤੇ ਉਸ ਵੇਲੇ ਗਲੀਆਂ ਮੱਧ ਵਿੱਚ ਜਾਂ ਮੱਧ ਰਸਤਿਆਂ ਦੇ ਵਿੱਚ ਬਹੁਤ ਕਤੀੜ ਭੌਂਕਦੀ ਆ, ਪਰ ਹਾਥੀ ਆਪਣੀ ਚਾਲੇ ਚੱਲਦਾ ਰਹਿੰਦਾ। ਇਹ ਸਿੱਖ ਕੌਮ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੀ ਸਿਰਮੌਰ ਸੰਸਥਾ ਦੇ ਸਰਵਉੱਚ ਅਹੁਦੇ ਦੇ ਲਈ ਚੋਣ ਇਸ ਵਾਰ ਹੋਣ ਜਾ ਰਹੀ ਹੈ ਤੇ ਸਭ ਦੀਆਂ ਨਿਗਾਹਾਂ ਇਸ ਚੋਣ ਦੇ ਉੱਪਰ, ਸਿੱਖਾਂ ਦੀ ਇਸ ਧਾਰਮਿਕ ਸਿਆਸਤ ਦੇ ਉੱਪਰ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਇਸ ਸਿਆਸਤੀ ਲੜਾਈ ਦੇ ਵਿੱਚ ਕੌਣ ਬਾਜੀ ਮਾਰੇਗਾ। ਕਿਉਂਕਿ ਬੀਬੀ ਜਗੀਰ ਕੌਰ ਜਿਹੜੇ ਨੇ ਬਾਗੀ ਧੜੇ ਦੇ ਵਿੱਚ ਖੜ ਚੁੱਕੇ ਨੇ। ਸੰਤ ਚਰਨ ਸਿੰਘ ਜੀ ਜੱਸੋਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ। ਸਿੱਖ ਸਿਆਸਤ ਦੇ ਉੱਪਰ ਹਰ ਗੁਰਸਿੱਖ ਦੀਆਂ ਨਿਗਾਹਾਂ ਨੇ, ਇੰਤਜ਼ਾਰ ਕੀਤੇ ਜਾ ਰਹੇ ਨੇ ਕਿ ਆਖਰ ਕੀ ਹੋਵੇਗਾ। ਕਿਵੇਂ ਦੇਖੋ, ਇਹ ਪਿਛਲੀਆਂ ਚੋਣਾਂ ਵਾਂਗ ਚੋਣ ਹੋ ਰਹੀ ਆ। ਦਿਲਚਸਪ ਚੋਣ ਇਸ ਕਰਕੇ ਬਣ ਗਈ ਆ ਕਿ ਇੱਕ ਧੜੇ ਵਿੱਚੋਂ ਦੋ ਪ੍ਰਧਾਨ ਸਾਹਮਣੇ ਆ ਗਏ ਜੀ। ਤੇ ਚੋਣ ਪਹਿਲੇ ਸਮਿਆਂ ਦੇ ਵਿੱਚ ਵੀ ਜਿੱਦਾਂ ਪਿਛਲੇ ਸਾਲ ਚੋਣ ਹੋਈ ਆ, ਉਹ ਤੋਂ ਪਹਿਲਾਂ ਬੀਬੀ ਜਗੀਰ ਕੌਰ ਦੀ ਚੋਣ ਹੋਈ ਆ। ਹਰ ਬੰਦਾ ਮਤਲਬ ਜਿਹਲੇ ਪ੍ਰਧਾਨ ਦਾ ਨਾਂ ਅੰਦਰ ਲੌਂਸ ਹੁੰਦਾ ਹਾਊਸ ਦੇ ਵਿੱਚ ਤੇ ਮੈਂਬਰ ਵਿੱਚ ਉੱਠ ਕਹਿੰਦੇ ਸਾਨੂੰ ਇਹ ਪ੍ਰਧਾਨ ਪ੍ਰਵਾਨ ਨਹੀਂ। ਤੇ ਉਦੋਂ ਬਾਅਦ ਫਿਰ ਉੱਥੇ ਜੋ ਇਲੈਕਸ਼ਨ ਦਾ ਪ੍ਰੋਸੀਜਰ, ਉਹ ਇਲੈਕਸ਼ਨ ਹੁੰਦੀ ਆ, ਜਿਹੜਾ ਜਿੱਤ ਜਾਂਦਾ ਉਹਨੂੰ ਪ੍ਰਧਾਨ ਦੇ ਕੇ ਤੇ ਬਾਕੀਆਂ ਨੂੰ ਜਿੰਨੇ ਉਹਦੀ ਗਿਣਤੀ ਬਣਦੀ ਹੁੰਦੀ ਉਹਨੂੰ ਮੈਂਬਰ ਬਣਾਇਆ ਜਾਂਦਾ। ਐਗਤੀ ਵੀ ਇਸ ਤਰ੍ਹਾਂ ਹੀ ਹੋ ਰਹੀ ਆ, ਪਰ ਐਗਤੀ ਦਿਲਚਸਪ ਇਸ ਕਰਕੇ ਬਣੀ ਆ ਵੀ ਮਤਲਬ ਇੱਕੋ ਪਾਰਟੀ ਦੇ ਦੋ ਪ੍ਰਧਾਨ ਆ ਗਏ ਆ ਤੇ ਪਾਰਟੀ ਵਿੱਚ ਹੋਣ ਕਰਕੇ ਦਿਲਚਸਪ ਬਣ ਗਈ ਆ ਕਿ ਇੱਕ ਦੂਜੇ ਉੱਪਰ ਹਰ ਬੰਦਾ ਮਾਣ ਕਰਦਾ ਕਿ ਇਹ ਮੇਰੇ ਤੋਂ ਬਾਹਰ ਨਹੀਂ ਜਾਣਾ, ਮੈਂ ਵੀ ਇੰਨੇ ਸਾਲ ਸੇਵਾ ਕੀਤੀ ਆ, ਪਰ ਮੈਂ ਫਿਰ ਵੀ ਗੁਰੂ ਰਾਮਦਾਸ ਨੇ ਜਿਹਨੂੰ ਵਡਿਆਈ ਦੇਣੀ ਉਹਨੂੰ ਮਿਲਣੀ ਆ। ਤੇ ਇਹ ਮਤਲਬ ਮੌਲਿਕ ਅਧਿਕਾਰ ਆ ਹਰ ਇੱਕ ਮੈਂਬਰ ਦਾ ਵੀ ਵੋਟ ਪੜਦੇ ਨਾਲ ਪੈਣੀ ਆ। ਤੇ ਮੈਂ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਦੂਜੇ ਨੀਵਾਂ ਦਿਖਾਉਣ ਵਾਸਤੇ ਨਹੀਂ, ਹਾਊਸ ਵੋਟ ਪਾਉਣ ਤੋਂ ਪਹਿਲਾਂ ਵੀ ਕਿ ਉਹ ਜਿੱਦਾਂ ਕੁਝ ਮੈਂਬਰ ਸਾਰੇ ਨਹੀਂ, ਕੁਝ ਮੈਂਬਰ ਪਹਿਲਾਂ ਵੀ ਕਰਦੇ ਆਪਣੀ ਉਹ ਵਫਾਦਾਰੀ ਦਿਖਾਉਣ ਵਾਸਤੇ ਕਿ ਮੈਂ ਬਹੁਤ ਵਫਾਦਾਰ ਆ ਫਲਾਣੇ ਪਾਰਟੀ ਦਾ ਜਾਂ ਫਲਾਣੇ ਬੰਦੇ ਦਾ, ਵੀ ਮੈਂ ਵੋਟ ਫਲਾਣੇ ਨੂੰ ਲੱਗਾ ਪਾਉਣ। ਇਹ ਕੋਈ ਬਹੁਤੀ ਸਿਆਣਪ ਨਹੀਂ ਹੁੰਦੀ। ਜਿਹੜੀ ਪ੍ਰੋਸੀਜਰ ਸੰਸਾਰ ਦੇ ਲੋਕਾਂ ਵਿੱਚ ਪੜਦੇ ਵਾਲਾ ਚੱਲਦਾ ਉਹਨੂੰ ਪੜ 'ਚ ਰਹਿਣ ਦੇਣਾ ਚਾਹੀਦਾ ਆ। ਜਿੱਤਣ ਤੋਂ ਬਾਅਦ ਜਿਹੜਾ ਬੰਦਾ ਵੀ ਵੋਟਾਂ ਦੀ ਉੱਥੇ ਮੈਂਬਰਾਂ ਨੇ ਵੋਟਾਂ ਪਾਣੀਆਂ, ਜਿਹੜਾ ਜਿੱਦਾਂ ਉਹਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਤੇ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ। ਦੁਨੀਆ ਦੇ ਵਿੱਚ ਕੱਲ੍ਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ 500 ਮੇਰੇ ਖਿਆਲ 53ਵਾਂ ਕੱਲ੍ਹ ਗੁਰੂ ਨਾਨਕ ਦਾ ਪ੍ਰਕਾਸ਼ ਗੁਰਪੁਰਬ ਸੀਗਾ। ਤੇ ਮੈਂ ਸੰਸਾਰ ਦੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਲੱਖ ਲੱਖ ਵਧਾਈਆਂ ਵੀ ਦਿੰਦਾ। ਤੇ ਗੁਰੂ ਨਾਨਕ ਦਾ ਸਿਧਾਂਤ ਜੋ ਦਿਸੈ ਗੁਰ ਸਿੱਖੜਾ ਤੇ ਸਨਿਮ ਲਾਗੋਂ ਪਾਏ ਜਿਉ ਅੱਜ ਸੰਸਾਰ ਦੇ ਵਿੱਚ ਬਹੁਤ ਵੱਡੀ ਇੱਕ ਚੀਜ਼ ਮੈਂ ਦੇਖਦਾ ਤੇ ਸੋਚਦਾ ਵੀ, ਪਰ ਮੈਂ ਨਹੀਂ ਇਹ ਕੰਮ ਕਰਦਾ। ਮੈਂ ਇਹ ਆਮ ਸਿੱਖ ਬਹੁਤ ਕਰਦੇ ਆ। ਅੱਜ ਪਹਿਰਾਵਾ ਦੇਖ ਕੇ ਉਹ ਸ਼੍ਰੋਮਣੀ ਕਮੇਟੀ ਦਾ ਹੋਵੇ, ਨਿਹੰਗ ਸਿੰਘ ਜਥੇਬੰਦੀਆਂ ਦਾ ਹੋਵੇ, ਦਮਦਮੀ ਟਕਸਾਲ ਵਾਲਾ ਹੋਵੇ ਜਾਂ ਹੋਰ ਸੰਪਰਦਾਵਾਂ ਨਿਰਮਲੇ ਉਦਾਸੀ ਸਾਧੂਆਂ ਦਾ ਹੋਵੇ, ਇੱਕ ਦੂਜੇ ਨਾਲ ਘਿਰਨਾ ਚੱਲ ਰਹੀ ਆ ਜਿਹੜੀ ਕਿ ਮਤਲਬ ਇਹ ਗੁਰੂ ਨਾਨਕ ਦਾ ਸਿਧਾਂਤ ਨਹੀਂ ਹੈ। ਤੇ ਗੁਰੂ ਨਾਨਕ ਦਾ ਸਿਧਾਂਤ ਆ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹਦੇ ਉੱਪਰ 10ਵੇਂ ਪਾਤਸ਼ਾਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਵਈਆਂ ਦੇ ਵਿੱਚ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਆਪਾਂ ਇੱਕ ਸਿੱਖ ਨਾਲ ਪਿਆਰ ਨਹੀਂ ਕਰ ਸਕਦੇ ਤੇ ਗੁਰੂ ਨਾਨਕ ਦੇਵ ਸਾਹਿਬ ਕੱਲ੍ਹ ਪ੍ਰਕਾਸ਼ ਗੁਰਪੁਰਬ ਆਪਣੇ ਸਾਰੇ ਸੰਸਾਰ 'ਚ ਮਨਾਇਆ ਗਿਆ। ਉਹਨਾਂ ਦਾ ਸਿਧਾਂਤ ਜਾਂ ਸਾਰੇ ਸਿੱਖ ਕੱਲ੍ਹ ਕੋਈ ਐਸਾ ਸਿੱਖ ਨਹੀਂ ਹੋਣਾ ਜੇ ਸਿੱਖ ਨੇ ਇਹ ਨਾ ਕਿਹਾ ਹੋਵੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਐਡੇ ਵੱਡੇ, ਉਹਨਾਂ ਨਾਲ ਸਿੱਖ ਪਿਆਰ ਕਰਨਾ ਚਾਹੀਦਾ, ਉਹਨੂੰ ਸਿੱਖ ਨਾਲ ਸਿੱਖ ਨੂੰ ਪਿਆਰ ਕਰਨਾ ਚਾਹੀਦਾ। ਉਹ ਵੱਡੇ ਨਾਲ ਪਿਆਰ ਕਰਨਾ ਕੋਈ ਸੌਖਾ ਕੰਮ ਨਹੀਂ ਗਾ। ਇਸ ਕਰਕੇ ਜਿਹੜਾ ਗੁਰੂ ਨਾਨਕ ਦਾ ਸਿਧਾਂਤ ਆ, ਸਾਰੇ ਮੈਂਬਰ ਸਾਹਿਬਾਨਾਂ ਨੂੰ ਪਿਆਰ ਨਾਲ ਇੱਕ ਦੂਜੇ ਨੂੰ, ਜਿਹਨੂੰ ਵੀ ਵੋਟ ਪਾਣੀ ਉਹਨੇ ਮਨ ਪਹਿਲਾਂ ਬਣਾਇਆ, ਸਾਡੇ ਕਹੇ 'ਤੇ ਨਹੀਂ ਪਾਣੀ। ਉਹਨਾਂ ਨੂੰ ਆਪਣੀ ਜ਼ਮੀਰ ਦੇਖ ਕੇ ਆਪਣੇ ਢੰਗ ਨਾਲ ਉਹ ਧਾਮੀ ਸਾਹਿਬ ਨੂੰ ਪਾਉਣਾ ਚਾਹੁੰਦੇ, ਬੀਬੀ ਜਗੀਰ ਕੌਰ ਨੂੰ ਪਾਉਣਾ ਚਾਹੁੰਦੇ, ਪਰ ਪ੍ਰੇਮ ਦੇ ਨਾਲ ਵੋਟ ਪਾ ਕੇ ਜਿਹੜਾ ਜਿੱਤਦਾ ਉਹਨੂੰ ਵਧਾਈਆਂ ਹੁਣ ਵੀ ਦੇ ਰਹੇ, ਜਿੱਤਣ ਤੋਂ ਬਾਅਦ ਹੀ ਦੇਵਾਂਗੇ। ਪਰ ਇਹ ਗੁਰੂ ਰਾਮਦਾਸ ਸਾਹਿਬ ਦੇ ਹੱਥ ਵਿੱਚ ਆ।
ਕਿ ਜਿਹੜੀਆਂ ਵਡਿਆਈਆਂ ਗੁਰੂ ਸਾਹਿਬ ਨੇ ਕਿਹਨੂੰ ਦੇਣੀਆਂ। ਅੱਛਾ ਬਾਬਾ ਜੀ, ਬੀਬੀ ਜਗੀਰ ਕੌਰ ਦੇ ਵੱਲੋਂ ਬਗਾਵਤੀ ਝੰਡੇ ਜਿਹੜੇ ਨੇ ਬੁਲੰਦ ਕਰ ਦਿੱਤੇ ਗਏ ਨੇ। ਹਾਲਾਂਕਿ ਕਿਹਾ ਜਾਂਦਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਕਿਹਾ ਜਾਂਦਾ ਹੈ, ਸਭ ਤੋਂ ਵਫਾਦਾਰ ਆਗੂ ਮੰਨੇ ਜਾਂਦੇ ਸੀ, ਸਭ ਤੋਂ ਨੇੜਲੇ ਬਾਦਲ ਪਰਿਵਾਰ ਦੇ ਆਗੂ ਮੰਨੇ ਜਾਂਦੇ ਸੀ। ਇਸ ਤਰ੍ਹਾਂ ਬਗਾਵਤ ਕਰਨ ਦੇ ਨਾਲ ਸਿੱਖਾਂ ਦੀ ਪਾਰਟੀ ਕਹੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲੱਗੇਗਾ। ਕੀ ਕਮਜ਼ੋਰ ਹੋਏਗੀ ਸ਼੍ਰੋਮਣੀ ਅਕਾਲੀ ਦਲ? ਦੇਖੋ, ਜਿਹੜੀ ਬੀਬੀ ਜਗੀਰ ਕੌਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਜਾਂ ਉਹਦੇ ਮੈਂਬਰ ਸ਼੍ਰੋਮਣੀ ਕਮੇਟੀ ਜਾਂ ਉਸ ਜਥੇਬੰਦੀਆਂ 40 ਸਾਲ ਤੋਂ ਚੱਲ ਰਹੇ ਆ। ਇਹ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਂ ਬੀਬੀ ਇਸ ਗੱਲ ਦਾ ਜਵਾਬ ਦੇ ਸਕਦੀ ਆ, ਕਿਉਂ ਉਹ ਪਾਰਟੀ ਉਹਨਾਂ ਦੀ ਪਾਰਟੀ ਦੇ ਬੰਦੇ ਆ। ਤੇ ਮੈਂ ਸੰਤ ਸਮਾਜ ਨਾਲ ਦਮਦੀ ਟਸਵਾਲ ਨਾਲ ਸੰਬੰਧਿਤ ਰੱਖਦਾ ਆ। ਸਿੰਘ ਸਾਹਿਬ ਭਾਜੀ ਸਿੰਘ ਰੋਡੇ ਸ੍ਰੀ ਅਕਾਲ ਸਾਬਕਾ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਦੀ ਸੰਗਤ ਕੀਤੀ ਆ। ਉਹਨਾਂ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਉਹ ਆਪਣੀ ਗੱਲ ਆਪੇ ਦੱਸ ਸਕਦੇ ਆ ਜੀ। ਅੱਛਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਕਿਹਾ ਕਿ ਦਮਦਮੀ ਟਕਸਾਲ ਸਿੱਖਾਂ ਦੀਆਂ ਉਹ ਸਿਰਮੌਰ ਸੰਸਥਾਵਾਂ ਜਿਨ੍ਹਾਂ ਦੇ ਵੱਲੋਂ ਪੰਥ ਦੀ ਅਗਵਾਈ ਕੀਤੀ ਗਈ, ਪਰ ਹੁਣ ਐਸਾ ਦੌਰ ਵੀ ਆਇਆ ਕਿ ਆਮ ਲੋਕ ਜਿਹੜੇ ਨੇ ਇਹਨਾਂ ਸੰਸਥਾਵਾਂ ਦੇ ਉੱਪਰ ਵੀ ਸਵਾਲ ਚੱਕ ਰਹੇ ਨੇ, ਚਾਹੇ ਦਮਦਮੀ ਟਕਸਾਲ ਹੋਵੇ, ਚਾਹੇ ਸਿੱਖਾਂ ਦੀ ਕੁਰਬਾਨੀਆਂ ਭਰੀ ਜਿਹੜੀ ਆ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਦੇਖੋ, ਜਿਹੜੇ ਕਿਸੇ ਜਥੇਬੰਦੀ ਉੱਪਰ ਦਮਦਮੀ ਟਕਸਾਲ ਉੱਪਰ ਹੋਵੇ ਜਾਂ ਸ਼੍ਰੋਮਣੀ ਕਮੇਟੀ ਉੱਪਰ ਹੋਵੇ ਜਾਂ ਅਕਾਲ ਤਖਤ ਸਾਹਿਬ ਉੱਪਰ ਹੋਵੇ, ਇਹ ਕੋਈ ਅੱਜ ਕੋਈ ਨਵੀਂ ਗੱਲ ਨਹੀਂ ਹੈ। ਤ੍ਰੇਤੇ ਦੁਆਪਰ ਸਤਯੁੱਗ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੂੰ ਮਤਲਬ ਸ਼ਦਾਈ ਭੂਤਨਾ ਬਤਾਲਾ ਬੜਾ ਕੁਝ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਲਿਖਿਆ, ਸਾਨੂੰ ਕਿਹਾ ਗਿਆ। ਪਰ ਗੁਰੂ ਸਾਹਿਬ ਦਾ ਹੁਕਮ ਹੈ ਮਿੱਠ ਤੇ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਪਰ ਸਿੱਖ ਪੰਥ ਦਾ ਜਿਹੜਾ ਸਿਧਾਂਤ ਹੈ, ਜਿਸ ਵੇਲੇ ਹਾਥੀ ਤੁਰਦਾ ਤੇ ਉਸ ਵੇਲੇ ਗਲੀਆਂ ਮਦ ਵਿੱਚ ਜਾਂ ਮਦ ਰਸਤਿਆਂ ਦੇ ਵਿੱਚ ਬਹੁਤ ਕਤੀੜ ਭੌਂਕਦੀ ਆ, ਪਰ ਹਾਥੀ ਆਪਣੀ ਚਾਲੇ ਚੱਲਦਾ ਰਹਿੰਦਾ। ਇਹ ਸਿੱਖ ਕੌਮ ਆ, ਇਹਨੂੰ ਕੋਈ ਕੁਝ ਕਹੀ ਜਾਵੇ ਪਰ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਇਹ ਮਤਲਬ ਪਿੱਛੇ ਨੂੰ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਪੰਥ ਦੀਆਂ ਵੀ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਅੱਗੇ ਜੇ ਸਾਰੇ ਪੰਜਾਬ ਦੇ ਸਿੱਖਾਂ ਦੀ ਗੱਲ ਚੱਲਦੀ ਫਿਰ ਭਾਰਤ ਚੱਲੀ, ਪੂਰੇ ਵਰਲਡ ਦੇ ਵਿੱਚ ਅਮਰੀਕਾ ਲੈ ਲਈਏ, ਕੈਨੇਡਾ ਲੈ ਲਈਏ, ਇੰਗਲੈਂਡ ਲੈ ਲਈਏ, ਉੱਥੇ ਦੇ ਵੱਡੇ ਵੱਡੇ ਜਿਹੜੇ ਮਤਲਬ ਆਪਾਂ ਵਿਦੇਸ਼ ਮੰਤਰੀ ਕਹਿ ਲਈਏ ਜਾਂ ਉੱਥੇ ਮੈਂਬਰ ਪਾਰਲੀਮੈਂਟ ਕਹਿ ਲਈਏ, ਜਿਸ ਤਰ੍ਹਾਂ ਆਪਣੇ ਸ਼ਹਿਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਆਪਣੇ ਆਪਾਂ ਕਹਿੰਦੇ ਮਿਊਨਿਸਪਲ ਕਮੇਟੀ ਦੇ ਮੈਂਬਰ ਆ, ਉਹ ਸਾਡੀ ਸਿੱਖ ਕੌਮ ਦਾ ਦੁਨੀਆ ਦੇ ਪੱਧਰ ਤੇ ਸਿੱਖਾਂ ਦਾ ਨਾਂ ਚੱਲਦਾ। ਇਹ ਤਾਂ ਦਿਨੋਂ ਦਿਨ ਗੂੰਜਾਂ ਪੰਥ ਦੀਆਂ ਪੈਣੀਆਂ ਹੀ ਆ ਜੀ। ਅੱਛਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਆ, ਸਭ ਤੋਂ ਸਿੱਖਾਂ ਦੀ ਸੰਸਥਾ ਦਾ ਸਭ ਤੋਂ ਵੱਡਾ ਮੁਖੀ ਕੁਝ ਨਵੀਆਂ ਪਿੜਾਂ ਕਰੇਗਾ, ਨਵੀਆਂ ਪਿੜਾਂ ਹੋਣਗੀਆਂ ਇਸ ਦੇ ਵਿੱਚ ਤਾਂ ਆਟੋਮੈਟਿਕ ਇਹ ਗੱਲ ਸਮਝਣੀ ਚਾਹੀਦੀ ਆ। ਇੱਕ ਪਰਿਵਾਰ ਦੇ ਵਿੱਚ ਇੱਕ ਪਿਤਾ ਦੇ 4 ਪੁੱਤ ਆ, 3 ਆ, 2 ਆ, 5 ਆ। ਜੇ ਬਾਪ ਕੋਈ ਕੰਮ ਕਹਿੰਦਾ, ਕਿਸੇ ਟਾਈਮ ਸਾਡਾ ਬਜ਼ੁਰਗ ਜਾਂ ਵੱਡਾ ਭਰਾ ਕੋਈ ਗਲਤ ਕੰਮ ਕਰਦਾ, ਦੂਸਰੇ ਭਰਾ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ ਤੇ ਉਹ ਹੋਰ ਕੰਮ ਗਲਤ ਹੁੰਦੇ ਰਹਿੰਦੇ ਪਰਿਵਾਰਾਂ ਵਿੱਚ ਵੀ। ਪਰ ਜਿਸ ਤਰ੍ਹਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਚੋਣ ਹੋ ਰਹੀ ਹੈ, ਇਹਦੇ ਵਿੱਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਇਸ ਕਰਕੇ ਆ ਕਿ ਮਤਲਬ ਜਿਸ ਵੇਲੇ ਹੁਣ ਚੋਣ ਹੋਣੀ ਆ, ਗਾਂਹ ਵਾਸਤੇ ਜਿਹੜੇ ਮੈਂਬਰ ਆ ਉਹਨਾਂ ਨੇ ਵੀ ਸੋਚਣਾ ਯਾਰ ਵਧੀਆ ਆਪਾਂ ਕੰਮ ਕਰੀਏ, ਕੱਲ੍ਹ ਨੂੰ ਸਾਡੀ ਗੱਲ ਵੀ ਇਸ ਤਰ੍ਹਾਂ ਦੀ ਨਾ ਆਵੇ। ਇਸ ਕਰਕੇ ਇਹਦੇ ਨਾਲ ਥੋੜਾ ਫਰਕ ਤਾਂ ਪਊਗਾ, ਪਰ ਜ਼ਿਆਦਾ ਫਰਕ ਤਾਂ ਜਿਸ ਵੇਲੇ ਪੰਥ ਕੋਈ ਅਕਾਲ ਤਖਤ ਸਾਹਿਬ ਤੋਂ ਜਾਂ ਇਕੱਠਾ ਪੰਥ ਹੋ ਗਏ, ਜਿਹੜੀਆਂ ਅੱਜ ਅੱਡ ਅੱਡ ਜਥੇਬੰਦੀਆਂ, ਅੱਗੇ ਇੱਕ ਅਕਾਲੀ ਦਲ ਹੁੰਦਾ ਸੀਗਾ, ਇੱਕ ਸ਼੍ਰੋਮਣੀ ਕਮੇਟੀ ਹੁੰਦੀ ਸੀ, ਅੱਜ ਮਤਲਬ ਪੂਰੇ ਸੰਸਾਰ ਦੇ ਜਥੇਬੰਦੀਆਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਰਹੀ। 1858 ਦੇ ਵਿੱਚ 65 ਜਥੇਬੰਦੀਆਂ ਸੀਗੀਆਂ, ਪਰ ਅਕਾਲ ਤਖਤ ਸਾਹਿਬ ਤੇ ਸੱਦ ਕੇ ਜਥੇਬੰਦੀਆਂ ਜਿਹੜੇ ਛੋਟੇ ਮੇਰੇ ਵਰਗੇ ਆਪਣੇ ਆਪ ਜਥੇਬੰਦੀਆਂ ਬਣਾ ਕੇ ਬੈਠੇ ਨੂੰ ਕਿਹਾ ਭਾਈ ਤੂੰ ਜਥੇਬੰਦੀ ਆਪਣੀ ਭੰਗ ਕਰ ਦੇ, ਤੇ ਉਹਨਾਂ ਦੇ ਵਿੱਚੋਂ ਮਤਲਬ ਜਿਹੜੀਆਂ ਮਿਸਲਾਂ ਨਿਕਲੀਆਂ ਸੀਗੀਆਂ ਉਹ ਮੁੜ ਕੇ ਚੱਲੀਆਂ ਸੀ। ਅੱਜ ਵੀ ਸਮਾਂ ਇਦਾਂ ਦਾ ਆ ਗਿਆ ਕਿ ਮਤਲਬ ਬਹੁਤ ਜਥੇਬੰਦੀਆਂ 65 ਤੋਂ ਵੀ ਜ਼ਿਆਦੀਆਂ ਟੱਪ ਗਈਆਂ। ਉਸ ਵੇਲੇ 65 ਹੁੰਦੀਆਂ 1857 ਦੇ ਵਿੱਚ। ਅੱਜ ਵੀ ਉਹ ਲੋੜ ਆ ਕਿ ਸਾਰਾ ਪੰਥ ਇਕੱਠਾ ਹੋ ਕੇ, ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਆਪਣੇ ਆਪ ਜਥੇਬੰਦੀਆਂ ਬਣਾਈਆਂ, ਉਹਨਾਂ ਨੂੰ ਹੱਥ ਜੋੜ ਦੇਣੇ ਚਾਹੀਦੇ। ਤੁਸੀਂ ਪੰਥ ਦੇ ਪਰਿਵਾਰ ਦੇ ਮੈਂਬਰ ਆ, ਪਰ ਤੁਸੀਂ ਜਥੇਦਾਰ ਨਾ ਬਣੋ। ਆਹ ਜਥੇਬੰਦੀਆਂ ਦਮਦਮੀ ਟਕਸਾਲ ਆ, ਨਾਨਕਸਰ ਵਾਲੇ ਆ, ਨਿਹੰਗ ਸਿੰਘ ਜਥੇਬੰਦੀ ਆ ਬਾਬੇ ਬਕਾਲੇ ਵਾਲੇ ਆ, ਉਹ ਜਥੇਬੰਦੀਆਂ ਗਿਣਤੀ ਕਰਕੇ ਸਾਰਿਆਂ ਨੂੰ ਫੈਸਲਾ ਲੈਣਾ ਚਾਹੀਦਾ ਆ। ਤੇ ਉਸ ਵੇਲੇ ਵੀ ਕਿਰਪਾਨਾਂ ਵਰਸ਼ੇ ਅੱਜ ਮਤਲਬ ਜੇ ਮੀਟਿੰਗ ਹੁੰਦੀ ਆ ਉਹ 'ਚ ਕਹਿੰਦੇ ਵੀ ਸਿੱਖ ਦੀ ਕਿਰਪਾਨ ਲਹਾਈ ਜਾ ਰਹੀ ਆ। ਜਿਸ ਵੇਲੇ ਪੁਰਾਣੇ ਪੁਰਾਤਨ ਸਿੰਘ ਹੁੰਦੇ ਸੀਗੇ ਉਹ ਵੱਡੇ ਵਰਸ਼ੇ ਵੱਡੀਆਂ ਕਿਰਪਾਨਾਂ ਆਪਣੇ ਸਿੰਘਾਂ ਨੂੰ ਫੜਾ ਕੇ ਤੇ ਮੀਟਿੰਗ ਸੰਵਾਦ ਕਰਦੇ ਹੁੰਦੇ ਸੀ, ਵਿਵਾਦ ਨਹੀਂ ਕਰਦੇ ਸੀ। ਅੱਜ ਜਿਸ ਵੇਲੇ ਪੰਥ ਦੀ ਕੋਈ ਮੀਟਿੰਗ ਹੁੰਦੀ ਹੈ ਉੱਥੇ ਵਿਵਾਦ ਬਣ ਜਾਂਦਾ, ਸੰਵਾਦ ਨਹੀਂ ਹੁੰਦਾ। ਸੰਵਾਦ ਰਚ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ 'ਚ ਸਾਰਿਆਂ ਨੂੰ ਪਿਆਰ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਣੇ ਸਵਤਰਾ ਭਲਾ। ਚੈਨਲਾਂ ਵਾਲਿਆਂ ਨੂੰ ਵੀ ਬੇਨਤੀ ਕਰੂੰਗਾ, ਜਿਹੜਾ ਸਿੱਖ ਪੰਥ ਉਹ ਅਕਾਲ ਤਖਤ ਸਾਹਿਬ ਤੋਂ ਹੋਵੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਵੇ, ਤਖਤ ਸ੍ਰੀ ਕੇਸਗੜ੍ਹ, ਜਿਹੜਾ ਬੰਦਾ ਵੀ ਕੋਈ ਚੰਗਾ ਕੰਮ ਕਰਦਾ ਉਹਦੀ ਸ਼ਲਾਘਾ ਕਰਨੀ ਚਾਹੀਦੀ। ਜੇ ਕੋਈ ਮਾੜਾ
ਮਾੜਾ ਕਰਦਾ ਉਹਦੀ ਨਿੰਦਿਆ ਕਰਨੀ ਚਾਹੀਦੀ, ਪਰ ਚੈਨਲਾਂ ਵਾਲੇ ਜਿਹੜੇ ਮਾੜੀ ਗੱਲ ਨੂੰ ਉਛਾਲ ਕੇ ਦਿਖਾ ਦਿੰਦੇ ਆ, ਚੰਗੀ ਗੱਲ ਨੂੰ ਥੋੜ੍ਹਾ ਦਬਵੀਂ ਆਵਾਜ਼ 'ਚ ਕਰਦੇ ਆ। ਉਹ ਮਤਲਬ ਚੰਗੇ ਤਰੀਕੇ, ਜਿਹੜੀ ਚੰਗੀ ਗੱਲ ਨੂੰ ਚੰਗੇ ਤਰੀਕੇ ਨਾਲ ਹੀ ਛੱਲਣਾ ਚਾਹੀਦਾ। ਅੱਛਾ, ਆਖਰੀ ਸਵਾਲ ਮੈਂ ਕਰੂੰਗਾ ਕਿ ਇਹੀ ਤਰਾਸ਼ਦੀ ਹੈ, ਤੁਸੀਂ ਕਿਹਾ ਕਿ ਬਹੁਤ ਜਥੇਬੰਦੀਆਂ ਬਣ ਗਈਆਂ, ਸਿੱਖ ਕੌਮ ਦੀ ਏਕਤਾ ਵੱਡੇ ਵੱਡਿਆਂ ਵੱਲੋਂ ਕਹੀ ਜਾਂਦੀ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਕੋਈ ਆਗੂ ਨਹੀਂ ਮਿਲਿਆ, ਕਿ ਕੋਈ ਆਗੂ ਮਿਲਣਾ ਵੀ ਨਾ ਮਿਲਣਾ ਵੀ ਸਿੱਖਾਂ ਦਾ ਆਪਸੀ ਧੜਿਆਂ ਦੇ ਵਿੱਚ ਵੰਡੇ ਹੋਣਾ? ਦੇਖੋ, ਜਿਹੜੀ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਆ, ਉਹਨਾਂ ਵਰਗਾ ਇਸ ਸਮੇਂ ਦੇ ਵਿੱਚ ਕੋਈ ਸਿੱਖ, ਕੋਈ ਸੰਤ, ਕੋਈ ਜਥੇਦਾਰ ਨਹੀਂ ਦਿਖ ਰਿਹਾ। ਪਰ ਇਹਦਾ ਮਤਲਬ ਇਹ ਨਹੀਂ ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹਦੇ ਸਿਰ ਤੇ ਹੱਥ ਰੱਖਣ ਉਹਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਬਣਾ ਸਕਦੇ ਆ। ਪਰ ਅੱਜ ਹਾਲ ਦੀ ਘੜੀ ਕੋਈ ਨਹੀਂ ਦਿਖ ਰਿਹਾ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਵੇਲੇ ਤੁਸੀਂ ਦੇਖ ਲਓ ਵੀ ਉਹ ਕਿਸੇ ਵੀ ਜਥੇਬੰਦੀ ਦੇ ਉਲਟ ਕੋਈ ਗੱਲ ਨਹੀਂ ਸੀ ਕਰਦੇ। ਕੋਈ ਜਥੇਬੰਦੀ ਸੀ, ਕੋਈ ਸੰਪਰਦਾਵਾ ਸੀ, ਉਹ ਆਪਣੀ ਗੱਲ ਕਰਦੇ ਸੀਗੇ। ਆਪਣੀ ਗੱਲ ਕਰਕੇ ਕਹਿੰਦੇ ਸੀਗੇ, ਭਾਈ ਮੇਰੇ ਕੰਮ ਅੰਮ੍ਰਿਤ ਛਕਾਉਣਾ, ਬਾਣੀ ਪੜ੍ਹਾਉਣੀ, ਨਸ਼ੇ ਛਡਾਣੇ, ਗੁਰੂ ਗ੍ਰੰਥ ਸਾਹਿਬ ਦੇ ਲਾਲਣਾ, ਅੰਮ੍ਰਿਤ ਛਕਾਉਣਾ, ਇਹ ਮੇਰਾ ਕੰਮ ਆ। ਇਹ ਕੰਮ ਜੇ ਅਕਾਲੀਆਂ ਦਾ ਤਾਂ ਮੈਂ ਅਕਾਲੀ ਹਾਂ, ਜੇ ਕੰਮ ਕਾਂਗਰਸੀਆਂ ਦਾ ਮੈਂ ਕਾਂਗਰਸੀ ਹਾਂ, ਕੰਮ ਮੈਂ ਆ ਕਰਦਾ। ਪਰ ਅੱਜ ਬੰਦਾ ਨਾ ਇਹ ਤਾਂ ਠੋਕ ਕੇ ਕਹਿੰਦਾ ਕਿ ਮੈਂ ਅਕਾਲੀ ਹਾਂ, ਪਰ ਲੇਕਿਨ ਉਹ ਬਾਬਾ ਜਰਨੈਲ ਸਿੰਘ ਖਾਲਸਾ ਵਾਲੇ ਕੰਮ ਨਹੀਂ ਕਰ ਰਿਹਾ। ਜਿੰਨਾ ਚਿਰ ਬਾਬਾ ਜਰਨੈਲ, ਦੂਜੀ ਗੱਲ, ਬਾਬਾ ਜਰਨੈਲ ਸਿੰਘ ਖਾਲਸਾ ਨੇ ਜਿਹੜਾ ਮੋਰਚਾ ਲਾਇਆ ਉਹ ਨਿਰੰਤਰ ਜਾਰੀ ਆ। ਮੋਰਚੇ ਦੇ ਵਿੱਚ ਥੋੜਾ ਡਿਲੇ ਹੋ ਜਾਣਾ ਜਾਂ ਜਿੱਤਣਾ ਨਹੀਂ ਜਾਂ ਮਹਿਸੂਸ ਹੋ ਜਾਣਾ, ਉਹਦਾ ਮਤਲਬ ਇਹ ਨਹੀਂ ਕਿ ਅਸੀਂ ਹਾਰ ਮੰਨ ਲਈ। ਉਹ ਮੋਰਚਾ ਚੱਲ ਰਿਹਾ, ਪੰਥ ਲੜਦਾ ਰਹੇਗਾ, ਪੰਥ ਲੜਦਾ ਆ। ਤੇ ਇਹ ਮੋਰਚਾ ਬਾਬਾ ਜਰਨੈਲ ਸਿੰਘ ਖਾਲਸਾ ਬਿਨਾਂ ਕਿਸੇ ਨੇ ਕੰਡੇ ਨਹੀਂ ਲਾਣਾ ਤੇ ਨਾ ਕਿਸੇ ਤੋਂ ਕੰਡੇ ਲੱਗਣਾ। ਇਹ ਬਾਬਾ ਜਰਨੈਲ ਸਿੰਘ ਖਾਲਸਾ ਵਾਲਾ ਮੋਰਚਾ ਬਾਬਾ ਜਰਨੈਲ ਸਿੰਘ ਕੰਡੇ ਲਾਣਗੇ। ਗੁਰੂ ਰਾਮਦਾਸ ਸਾਹਿਬ ਛੇਵੇਂ ਪਾਤਸ਼ਾਹ ਸਾਧੂ ਹਰਗੋਬਿੰਦ ਸਿੰਘ ਕਿਰਪਾ ਕਰਨਗੇ ਜੀ। ਬਹੁਤ ਬਹੁਤ ਸ਼ੁਕਰੀਆ ਬਾਬਾ ਜੀ, ਬਹੁਤ। ਸੋ ਸੰਤ ਸਮਾਜ ਦੇ ਨਾਲ, ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਸ਼ਖਸੀਅਤ ਨੂੰ ਤੁਸੀਂ ਨੇ ਸੁਣਿਆ ਕਿ ਸਿੱਖ ਕੌਮ ਨੂੰ ਇੱਕ ਹੋਣ ਦੀ ਲੋੜ ਆ। ਵੱਖ-ਵੱਖ ਸੰਪਰਦਾਵਾਂ, ਸਿੱਖ ਤਾਕਤ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸੰਪਰਦਾਵਾਂ ਨੂੰ ਇੱਕ ਮੰਚ ਦੇ ਥੱਲੇ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋਣ ਦੀ ਜ਼ਰੂਰਤ ਆ। ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੇ ਉੱਪਰ ਨਿਗਾਹਾਂ ਬਣੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਕੌਣ ਬਾਜੀ ਮਾਰੇਗਾ। ਆਖਰ ਕੀ ਜਗੀਰ ਕੌਰ ਜਿਹੜੇ ਨੇ ਜਿੱਤਣਗੇ ਜਾਂ ਫਿਰ ਭਾਈ ਹਰਜਿੰਦਰ ਸਿੰਘ ਜੀ ਧਾਮੀ ਇਸ ਵਾਰ ਲਗਾਤਾਰ ਦੁਬਾਰਾ ਫੇਰ ਜਿਹੜੇ ਨੇ ਪ੍ਰਧਾਨ ਦੀ ਚੋਣ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ, ਤਾਂ ਅੱਜ ਸ਼ਾਮ ਤੱਕ ਹੀ ਪਤਾ ਲੱਗੇਗਾ। ਕੈਮਰਾਮੈਨ ਸਹਿਯੋਗੀ ਸਿਮਰਨ ਢਿੱਲੋਂ ਦੇ ਨਾਲ ਸੰਸਾਰਦੀਪ ਸਿੰਘ, ਪੰਜਾਬੀ ਲੋਕ ਚੈਨਲ।